और आप ये देखिए ये फैक्ट्री की मनमानी और इतनी ज़्यादा दुर्गंध है, इतनी ज़्यादा दुर्गंध है कि यहाँ पर सांस लेना भी मुश्किल हो चुका है मेरे कैमरा पर्सन और मेरा। ਤੁਹਾਨੂੰ ਵੀ ਪਤਾ ਹੈ ਤੁਸੀਂ ਪ੍ਰੈਸ ਵਾਲੇ ਹੋ ਸਾਰੇ ਬਲੈਕਮੇਲਰ ਹੈ ਤੁਹਾਨੂੰ ਵੀ ਪਤਾ ਹੈ ਤੁਸੀਂ ਪ੍ਰੈਸ ਵਾਲੇ ਹੋ ਸਾਰੇ ਬਲੈਕਮੇਲਰ ਹੈ। यहाँ निकलने वाला धुआं एक जमीन को बहुत ज्यादा बंजर कर रहा है और दूसरी तरफ यहाँ के जो लोग हैं, यहाँ के जो बच्चे हैं, जो नए मैं ये कहूँगा शिशु है, उनको भी आने वाले समय में बहुत बीमारियां लगने का डर है। और यहाँ बनूड़ वार्ड नंबर 11 में यहाँ जो ये फैक्ट्री लगाई गई है कई एकड़ में, यहाँ पर निकलने वाला प्रदूषण, उससे तो सर सांस लेना बहुत ज्यादा मुहाल हो रखा है। ਸਾਨੂੰ ਜੀ ਸਰਪੰਚ ਆਇਆ ਸਾਨੂੰ 10 ਪੇਟੀਆਂ ਦਾਰੂ ਦੇ ਦਿਓ। ਸਾਨੂੰ ਜੀ ਸਰਪੰਚ ਆਇਆ ਸਾਨੂੰ 10 ਪੇਟੀਆਂ ਦਾਰੂ ਦੇ ਦਿਓ। रात को ये प्रदूषण या अपना ये स्मेल है, जितनी गंदगी है सब रात को जोड़ते हैं, क्योंकि रात को कोई कंप्लेंट करने वाला नहीं होता। कोई जागता है तो उसको महसूस होती है, हद से ज़्यादा महसूस होती है। और राखी भी निकलती है, राखी इतनी होती है कि आँखों की रोशनी भी कईयों की जा चुकी है। ਐਮਸੀ ਅਸੀਂ ਕਿਸੇ ਨੂੰ ਮੈਂ ਤਾਂ ਐਮਐਲਏ ਨੂੰ ਐਂਟਰਟੇਨ ਕਰਦਾ, ਐਮਸੀ ਬਹੁਤ ਛੋਟੀ ਗੱਲ ਹੈ। ਐਮਐਲਏ ਨੂੰ ਨਹੀਂ ਐਂਟਰਟੇਨ ਕਰਦੇ, ਐਡੀ ਉਹਦੀਆਂ ਫੈਕਟਰੀਆਂ। ਐਮਸੀ ਅਸੀਂ ਕਿਸੇ ਨੂੰ ਮੈਂ ਤਾਂ ਐਮਐਲਏ ਨੂੰ ਐਂਟਰਟੇਨ ਕਰਦਾ, ਐਮਸੀ ਬਹੁਤ ਛੋਟੀ ਗੱਲ ਹੈ। ਐਮਐਲਏ ਨੂੰ ਨਹੀਂ ਐਂਟਰਟੇਨ ਕਰਦੇ, ਐਡੀ ਉਹਦੀਆਂ ਫੈਕਟਰੀਆਂ। और आपको बस में सफर करते करते नींद का झोंका आ जाए और आप सो जाएं तो आपको किसी को उठाने की जरूरत नहीं पड़ेगी, आपको स्वयं से पता चल जाएगा कि आप बनूड़ पहुंच चुके हैं। ਇਹ ਫੈਕਟਰੀ ਕੰਮ ਹੀ ਨਾ ਕਰੇਗਾ ਜੇ ਤਾਂ ਕੈਂਸਰ ਹੋਣਾ ਜੀ ਮੁੰਡੇ ਨਾਲ ਫਿਰ ਤਾਂ ਵੀ ਫੈਕਟਰੀ ਕੰਮ ਨਾ ਕਰਦਾ ਭਾਈ ਸਾਹਿਬ। ਇਸ ਤਰ੍ਹਾਂ ਨਹੀਂ ਹੋਵੇ ਹੋਈ ਹੋਵੇ ਇਹ ਗਲਤ ਗੱਲ ਹੈ, ਗਲਤ ਕੌਣ ਠੀਕ ਮਨਜੀਤ ਇਹ ਫੈਕਟਰੀ ਕੰਮ ਹੀ ਨਾ ਕਰੇਗਾ ਜੇ ਤਾਂ ਕੈਂਸਰ ਹੋਣਾ ਜੀ ਮੁੰਡੇ ਨਾਲ ਫਿਰ ਤਾਂ ਵੀ ਫੈਕਟਰੀ ਕੰਮ ਨਾ ਕਰਦਾ ਭਾਈ ਸਾਹਿਬ। ਇਸ ਤਰ੍ਹਾਂ ਨਹੀਂ ਹੋਵੇ ਹੋਈ ਹੋਵੇ ਇਹ ਗਲਤ ਗੱਲ ਹੈ, ਗਲਤ ਕੌਣ। ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤਾਂ ਲੈ ਕੇ ਹਾਜ਼ਰ ਹਾਂ। ਇੱਕ ਅਜਿਹਾ ਵਿਸ਼ਾ ਜੋ ਸਾਡੇ ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਹੈ, ਜੋ ਸਾਡੀਆਂ ਜ਼ਿੰਦਗੀਆਂ ਦੇ ਨਾਲ ਜੁੜਿਆ ਹੋਇਆ ਹੈ, ਜੋ ਸਾਡੀ ਸਿਹਤ ਦੇ ਨਾਲ ਜੁੜਿਆ ਹੋਇਆ ਹੈ। ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ। ਕਿਸ ਤਰ੍ਹਾਂ ਕੁਝ ਲੋਕ ਚੰਦ ਸਿੱਕਿਆਂ ਦੀ ਖਾਤਰ ਦੂਸਰਿਆਂ ਦੀਆਂ ਜਾਨਾਂ ਦੇ ਨਾਲ ਕਰ ਰਹੇ ਨੇ ਖਿਲਵਾੜ। ਇਹਨਾਂ ਲੋਕਾਂ ਨੇ ਦੂਸਰਿਆਂ ਦੀਆਂ ਜਾਨਾਂ ਤੋਂ ਕੀ ਲੈਣਾ, ਬਸ ਇਹਨਾਂ ਲੋਕਾਂ ਦੀਆਂ ਭਰਨੀਆਂ ਚਾਹੀਦੀਆਂ ਨੇ ਪੈਸਿਆਂ ਨਾਲ ਜੇਬਾਂ। ਏਵਨ ਪੰਜਾਬੀ ਚੈਨਲ ਕੋਲ ਇੱਕ ਸਟਿੰਗ ਪਹੁੰਚਿਆ ਹੈ ਜਿਸ ਦੇ ਵਿੱਚ ਇਹ ਲੋਕ ਚੰਦ ਸਿੱਕਿਆਂ ਦੀ ਖਾਤਰ ਕਿਸ ਤਰ੍ਹਾਂ ਕਾਨੂੰਨ ਦੀਆਂ ਉਡਾ ਰਹੇ ਨੇ ਧੱਜੀਆਂ। ਗੱਲ ਕਰਦੇ ਹਾਂ ਬਨੂੜ ਹਲਕੇ ਦੇ ਵਾਰਡ ਨੰਬਰ 11 ਦੀ, ਜਿੱਥੇ ਇੱਕ ਫੈਕਟਰੀ ਹੈ ਜਿਸ ਦਾ ਨਾਮ ਹੈ ਚੰਡੀਗੜ੍ਹ ਡਿਸਲਰੀਜ਼ ਐਂਡ ਬੋਟਲਜ਼ ਲਿਮਟਿਡ ਔਰ ਜਿਸ ਦੇ ਜੀਐਮ ਸਾਹਿਬ ਨੇ ਸਰਦਾਰ ਪੁਸ਼ਪਿੰਦਰ ਸਿੰਘ ਜੀ। ਔਰ ਦੋਸਤੋ ਇਹ ਤੋਂ ਐਪੀਸੋਡ ਦਾ ਜਿਹੜਾ ਰੁਖ ਹੈ ਉਹ ਬਦਲ ਜਾਂਦਾ ਹੈ, ਕਿਉਂਕਿ ਮੀਡੀਆ ਦਾ ਕੰਮ ਹੈ ਸਮਾਜ ਦੀਆਂ ਪ੍ਰੋਬਲਮਾਂ ਨੂੰ ਪ੍ਰਸ਼ਾਸਨ ਦੇ ਸਾਹਮਣੇ ਰੱਖਣਾ। ਉਹ ਪ੍ਰੋਬਲਮ ਜੋ ਸਾਡੇ ਪਰਿਵਾਰਾਂ ਦੇ ਨਾਲ ਜੁੜੀ ਹੈ, ਜੋ ਸਾਡੀਆਂ ਜਾਨਾਂ ਦੇ ਨਾਲ जुड़ी हुई है। आप ये देख सकते हैं तस्वीरें किस प्रकार से कितनी तेज़ी से यहाँ पर जो धुआं है फैक्ट्री का वो निकल रहा है। हम इस समय खेतों के बिल्कुल बीचों बीच हैं और आप ये देखिए ये फैक्ट्री की मनमानी और इतनी ज़्यादा दुर्गंध है, इतनी ज़्यादा दुर्गंध है कि यहाँ पर सांस लेना भी मुश्किल हो चुका है मेरे कैमरा पर्सन और मेरा। और ये हमारे पास कोई ऐसा मीटर नहीं है, मेरे कैमरा पर्सन ये कह रहे थे मुझे कि हमारे पास काश मीटर होता और हम अपने दर्शकों को दिखा पाते कि कितनी दुर्गंध है यहाँ पर। और यहाँ पर वाकई ही जो स्थानीय निवासी हैं उनका रह पाना तो बहुत ज़्यादा मुश्किल हो चुका है। यहाँ निकलने वाला धुआं एक ज़मीन को बहुत ज़्यादा बंजर कर रहा है और दूसरी तरफ यहाँ के जो लोग हैं, यहाँ के जो बच्चे हैं, जो नए मैं ये कहूँगा शिशु है, उनको भी आने वाले समय में बहुत बीमारियां लगने का डर है। और यहाँ बनूड़ वार्ड नंबर 11 में यहाँ जो ये फैक्ट्री लगाई गई है कई एकड़ में, यहाँ पर निकलने वाला प्रदूषण, उससे तो सर सांस लेना बहुत ज़्यादा मुहाल हो रखा है। ਜਦੋਂ ਸਾਡੇ ਪੱਤਰਕਾਰਾਂ ਵੱਲੋਂ ਬਕਾਇਦਾ ਤੌਰ ਤੇ ਜੀਐਮ ਸਾਹਿਬ ਦੇ ਨਾਲ ਗੱਲਬਾਤ ਕੀਤੀ ਗਈ ਔਰ ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੱਸੀਆਂ
ਕਿ ਜਿਹੜਾ ਫੈਕਟਰੀ ਦਾ ਗੰਦਾ ਪਾਣੀ ਨਿਕਲ ਰਿਹਾ ਹੈ, ਗੰਦਾ ਧੂਆਂ ਨਿਕਲ ਰਿਹਾ, ਇਸ ਧੂਏ ਦੇ ਨਾਲ, ਇਸ ਗੰਦੇ ਪਾਣੀ ਦੇ ਪ੍ਰਦੂਸ਼ਣ ਦੇ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਲੋਕ ਸ਼ਿਕਾਰ ਹੋ ਰਹੇ ਨੇ। ਇਹ ਫੈਕਟਰੀ ਕੋਈ ਕੰਮ ਹੀ ਨਾ ਕਰੇ ਜੇ ਤਾਂ ਕੈਂਸਰ ਹੋਣਾ ਜੀ ਪੋਲੂਸ਼ਨ ਨਾਲ फिर तो कोई फैक्ट्री काम ना करे भाई साहब, इतना नहीं है, ये गलत करना, गलत बात। एक मंजिल यहाँ पर जो बदबू आती है, या कभी कंप्लेंट नहीं की आप लोगों ने? सर की तो है बहुत बार, पर सुनते ही नहीं है। क्या बोलते हैं? बस बोलते हैं कर देंगे, बहुत परेशान है गांव वाले भी सब। और अभी ये चिमनी से धुआं इतना निकल रहा है, इससे स्किन कैंसर होता है, त्वचा का कैंसर हो जाता है। तो आप लोगों को कभी यहाँ के सरपंच ने, एमसी ने, एमएलए ने कभी यहाँ आकर के बात? हाँ सर, बहुत बार गए हैं, कोई सुनता ही नहीं है। बस एक दो बार आते हैं, बस सुन के चले जाते हैं। हम ये चाहते हैं कि यहाँ का प्रदूषण खत्म किया जाए। जो हमारे बच्चों पे इल्ज़ाम लगता है वो इल्ज़ाम नहीं लगना चाहिए। हमारे बच्चे नहीं चोरी करते यहाँ पे, ये तो अपनी मन मर्जी कर रहे हैं। ये माहौल ऐसा बनाते हैं कि आपके ऊपर आरोप लगे रहे और आप बोले ही नहीं इनके बारे में। नहीं बोला, कई बार बोल चुके हैं, पर ये नहीं मानते। एक बात मैं अपने दर्शकों को बता दूं, जब यहाँ फैक्ट्री लग रही थी, यहाँ आसपास के 50 गांव में ये कहा गया था कि रोजगार देंगे, और मेरे साथ एक युवा है, वो देखिए क्या कह रहा है। भाई साहब, रोजगार मिलता है आपको? नहीं सर, यार रोजगार नहीं मिलता है यहाँ पे। बस यही बोलते हैं कि बस ये वो लोग चोरी करते हैं, ये इसकी वजह से बाहर निकाल देते हैं। लोकल को कोई यहाँ पे रखता नहीं है, किसी न किसी वजह से बाहर निकाल देते हैं। प्रदूषण के लिए बहुत जेब होता है, आज 10 साल से बोल रहे हैं, कोई नहीं सुनता है। बस यही। और जो शख्स इन्हां लोकां नूं अटेंड नहीं कर सकदा, ਤਾਂ ਫਿਰ ਇਸ ਦਾ ਮਤਲਬ ਹੈ ਕਿ ਜਿਹੜੇ ਲੋਕ ਉਸ ਇਲਾਕੇ ਦੇ ਨੁਮਾਇੰਦੇ ਨੇ ਉਹਨਾਂ ਤੇ ਵੀ ਪ੍ਰਸ਼ਨ ਚਿੰਨ੍ਹ ਖੜੇ ਹੁੰਦੇ ਨੇ ਕਿ ਆਖਰ ਇਹ ਸ਼ਖਸ ਜੋ ਸ਼ਰੇਆਮ ਕੈਮਰੇ ਦੇ ਸਾਹਮਣੇ ਕਹਿ ਰਿਹਾ ਕਿ ਮੈਂ ਇਹਨਾਂ ਲੋਕਾਂ ਨੂੰ ਅਟੈਂਡ ਨਹੀਂ ਕਰ ਸਕਦਾ, ਇਸ ਸ਼ਖਸ ਦੀ ਕੀ ਹਿੰਮਤ ਹੈ ਕਿ ਚੁਣੇ ਹੋਏ ਬੰਦਿਆਂ ਦੇ ਉੱਪਰ, ਚੁਣੇ ਹੋਏ ਨੁਮਾਇੰਦਿਆਂ ਦੇ ਉੱਪਰ ਇਸ ਤਰ੍ਹਾਂ ਦਾ ਇਹ ਕਮੈਂਟ ਦੇਵੇ। ਤੁਹਾਨੂੰ ਵੀ ਪਤਾ ਹੈ, ਤੁਸੀਂ ਪ੍ਰੈਸ ਵਾਲੇ ਹੋ, ਸਾਰੇ ਬਲੈਕਮੇਲਰ ਹੈ। ਸਾਨੂੰ ਜੀ ਸਰਪੰਚ ਆਇਆ, ਸਾਨੂੰ ਜੀ 10 ਪੇਟੀਆਂ ਦਾਰੂ ਦੇ ਦਿਓ। ਐਮਸੀ ਅਸੀਂ ਕਿਸੇ ਨੂੰ ਐਡਿਟ, ਮੈਂ ਤਾਂ ਐਮਐਲਏ ਨੂੰ ਨਹੀਂ ਐਡਿਟ ਕਰਦਾ। ਐਮਸੀ ਤਾਂ ਬਹੁਤ ਛੋਟੀ ਗੱਲ ਹੈ, एमएलए नहीं एंटरटेन करते, एडी उडी फैक्ट्रियां। इस समय आप ये तस्वीरें देख रहे हैं, हम चंडीगढ़ डिस्टिलरीज के बाहर हैं, जहां यहाँ के जो प्लांट हेड है पुष्पिंदर सिंह साफ तौर पर कैमरा के समक्ष आने से इनकार किया और भागते नजर आए। और दूसरी बात, साफ तौर पे उन्होंने कई बातें जो हैं वो कही हैं, और आप ये बहुत बड़ा वर्जन जो है A1 पंजाबी पे देखने वाले हैं। एक जो हमने, हमारे कैमरा पर्सन ने, उन्होंने, पुष्पिंदर ने कैमरा के आगे आने से साफ मना कर दिया, वो भागते नजर आए, क्योंकि यहाँ से निकलने वाला प्रदूषण, और साफ तौर पर यहाँ के जो प्लांट हेड हैं, जो जीएम है, उनका कहना है कि उनकी जेब में तो एमएलए तक है, तो उनका कोई फर्क नहीं पड़ता है। और यही कारण है। लेकिन हम अपने दर्शकों को जरूर दिखाएंगे ऑन द रिकॉर्ड। उन्होंने कहा कि यहाँ पर हमें ना तो कोई प्रदूषण बोर्ड से किसी तरह की डर है, ना ही हमें कोई फर्क पड़ता है, और जो चिमनियाँ हैं, धुआं ऐसे ही निकलता है साहब। तो आप ये देख सकते हैं कि कितना बड़ा भ्रष्टाचार, और ये एक्सक्लूसिव A1 पंजाबी पर ये भ्रष्टाचार आप देखेंगे। और साथ ही एक बात और मैं बताना चाहूँगा, इस समय आप मेरे पीछे ये फैक्ट्री देख रहे हैं चंडीगढ़ डिस्टिलरीज। मैं एक बार कैमरा पर्सन से कहूँगा कि बोर्ड पर जरूर कैमरा लगाएं। मैं एक बार ये प्रश्न छोड़े जा रहा हूँ राज्य सरकार, कैप्टन साहब के समक्ष में ये प्रश्न छोड़े जा रहा हूं। जहरीली शराब पीकर एक तरफ पंजाब में 150 लोग जब मरे, और कैप्टन साहब ने बहुत आगे आकर के मीडिया के समक्ष भी ये बात कही थी कि अब वो नकेल कसने जा रहे हैं। ये वो कौन सी नकेल है? यहाँ बनूड़ में एक बात मेरे साथी बता रहे थे मुझे कि अगर आप पटियाला से बस में आते हैं और आपको बस में सफ़र करते करते नींद का झोंका आ जाए और आप सो जाएं, तो आपको किसी को उठाने की ज़रूरत नहीं पड़ेगी, आपको स्वयं से पता चल जाएगा कि आप बनूड़ पहुंच चुके हैं। जी हाँ, आप ठीक समझ रहे हैं कि इतनी ज़्यादा दुर्गंध है यहाँ पर, और यहाँ के जो प्लांट हेड हैं उन्हें वो दुर्गंध जो है वो सुगंधित महसूस हो रही है, क्योंकि बहुत बड़ा भ्रष्टाचार है, बहुत बड़ा हेरफेर है, और बहुत बड़ी सांठ गांठ है। मतलब किड्डा बड़ा इल्जाम ला रहा है शख्स, वो खुद कह रहा है कि ये लोग ब्लैक मेलर ने। इत्थे ही बस नहीं है दोस्तों, अगे बढ़ते हाँ। ये शख्स खुद कह रहा है, यकीन नहीं आता, तुसी खुद सुनो। ये कह रहा कि एमसी दा की, मैं तो एमएलए नूं भी अटेंड नहीं करता। तुसी वेख सकते हो। एमसी ਅਸੀਂ ਕਿਸੇ ਨੂੰ ਐਡਿਟ, ਮੈਂ ਤਾਂ ਐਮਐਲਏ ਨੂੰ ਨਹੀਂ ਐਡਿਟ ਕਰਦਾ। ਐਮਸੀ ਤਾਂ ਬਹੁਤ ਛੋਟੀ ਗੱਲ ਹੈ, ਐਮਐਲਏ ਨੂੰ ਨਹੀਂ ਐਡਿਟ ਕਰਦੇ। ਐਡੀ ਉਡੀਆਂ ਫੈਕਟਰੀਆਂ। जीएम साहब इत्थे ही नहीं रुके, इस तो अगे भी वधे ने। उन्होंने कहा है कि पंच ते सरपंच 10 पेटियां लैके चुप कर जाते ने। यकीन नहीं आता, तुसी ये भी सुन सकते हो।
ਸਾਨੂੰ ਜੀ ਸਰਪੰਚ ਆਇਆ, ਸਾਨੂੰ ਜੀ 10 ਪੇਟੀਆਂ ਦਾਰੂ ਦੇ ਦਿਓ। ਸਾਨੂੰ ਜੀ ਸਰਪੰਚ ਆਇਆ, ਸਾਨੂੰ ਜੀ 10 ਪੇਟੀਆਂ ਦਾਰੂ ਦੇ ਦਿਓ। ਸੋ ਦੋਸਤੋ, ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਇਹ ਸ਼ਖਸ ਜਿਹੜਾ ਬਾਰ-ਬਾਰ ਐਮਸੀ ਦੇ ਉੱਪਰ, ਸਰਪੰਚ ਪੰਚ ਦੇ ਉੱਪਰ, ਇੱਥੋਂ ਤੱਕ ਕਿ ਇਸ ਇਲਾਕੇ ਦੇ, ਇਸ ਹਲਕੇ ਦੇ ਜਿਹੜੇ ਐਮਐਲਏ ਸਾਹਿਬ ਨੇ, ਉਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਖੁਲਾਸੇ ਕਰ ਰਿਹਾ ਹੈ। ਇਸ ਸ਼ਖਸ ਦੇ ਕੋਲ ਕੀ ਇਹਨਾਂ ਲੋਕਾਂ ਦੀ ਕਮਜ਼ੋਰੀ ਹੈ ਔਰ ਇਹ ਲੋਕ ਜਿਹੜੇ ਚੁਣੇ ਹੋਏ ਲੋਕ ਨੇ, ਇਹ ਅਜੇ ਤੱਕ ਕਿਉਂ ਚੁੱਪ ਨੇ, ਕਿਉਂ ਨਹੀਂ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰਨ ਵਾਲੀ ਫੈਕਟਰੀ ਦੇ ਉੱਪਰ ਔਰ ਇਸ ਸ਼ਖਸ ਦੇ ਉੱਪਰ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ? ਤੁਹਾਨੂੰ ਵੀ ਪਤਾ ਹੈ, ਤੁਸੀਂ ਪ੍ਰੈਸ ਵਾਲੇ ਹੋ, ਸਾਰੇ ਬਲੈਕਮੇਲਰ ਹੈ। ਇਹ ਫੈਕਟਰੀ ਕੋਈ ਕੰਮ ਹੀ ਨਾ ਕਰੇ ਬੇਟਾ। ਜੇ ਤਾਂ ਕੈਂਸਰ ਹੋਣਾ ਜੀ ਸੋਲੂਸ਼ਨ ਨਾਲ, ਫਿਰ ਤਾਂ ਕੋਈ ਫੈਕਟਰੀ ਕੰਮ ਨਾ ਕਰਦਾ ਭਾਈ ਸਾਹਿਬ। ਤਾਂ ਨਹੀਂ ਹੈ, ਇਹ ਗਲਤ ਗੱਲ ਹੈ, ਗਲਤ ਫਾਰਮ ਹੈ। ਠੀਕ ਮਨਜੀਤ, A1 ਪੰਜਾਬੀ ਚੈਨਲ ਅਗਲੇ ਐਪੀਸੋਡ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਅਧਿਕਾਰੀ ਅਤੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਗੱਲਬਾਤ ਕਰੇਗਾ ਔਰ ਉਦੋਂ ਤੱਕ ਤੁਸੀਂ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ, ਉਹ ਦੁਬਾਰਾ ਆਉਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੈ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।